ਸਭ ਤੋਂ ਪਹਿਲੇ ਥਣਾਂ ਦੇ ਮਸਾਇਲ ਨੂੰ ਡਿਸਕਸ ਕਰਨਾ ਜੇ ਤੇ ਥਣ ਦੇ ਮਸਾਇਲ ਕਿਹੜੇ ਕਿਹੜੇ ਹੁੰਦੇ ਨੇ, ਉਹਨਾਂ ਦਾ ਇਲਾਜ ਕੀ ਕਰਦੇ ਹੋ? ਥਣ ਦੇ ਬਾਰੇ ਵਿੱਚ ਜਿਹੜਾ ਬਾਊ ਥੋਮ ਹੁੰਦਾ ਨਾ ਲਾਲ ਜੀ, ਇੱਕ ਚਿੱਟਾ ਥੋਮ ਹੁੰਦਾ ਉਹ ਨਹੀਂ ਜੀ। ਜਿਹੜਾ ਲਾਲ ਥੋਮ ਹੈ ਹਾਂਡੀ ਚ ਪਾਉਣ ਵਾਲਾ, ਠੀਕ ਹੈ, ਉਹ ਇੱਕ ਪਾ ਥੋਮ ਕੁੱਟ ਲਵੋ ਗੰਡੇ ਭੋਰ ਕੇ, ਠੀਕ ਹੈ, ਉਹਦੇ ਵਿੱਚ ਅੱਧ ਭਾਦਾ ਦੜ ਮਿਰਚਾਂ ਰਲਾ ਲਓ, ਠੀਕ ਹੈ, ਰਲਾ ਕੇ ਤੇ ਫਿਰ ਉਹਦਾ ਮੂਲੀ ਕੰਡੇ ਹਾਰ ਪਰੌਂਠਾ ਪਕਾ ਲਓ, ਇੱਕ ਪੱਕ ਜਾਣ ਦੋ ਪੱਕ ਜਾਣ, ਠੀਕ ਹੋ ਗਿਆ। ਉਹ ਜਨਾਬ ਵਿੱਚ ਵੀ ਦੇਸੀ ਘਿਓ ਤੇ ਬਾਹਰ ਵੀ ਦੇਸੀ ਘਿਓ ਲਾਣਾ, ਧਰ ਚੰਗਾ ਧਰ ਕਰਨਾ, ਉਹਦੇ ਪਰਦੇ ਵਧੇੜ ਕੇ ਠੰਡਾ ਕਰਕੇ ਉਹ ਤੁਸੀਂ ਮਾਈ ਦੇ ਅੰਦਰ ਲਾ ਦਿਓ, ਠੀਕ ਹੋ ਗਿਆ। ਲਾ ਦਿਓ ਤੇ 3 ਦਿਨ ਦੇਣਾ, ਹੂੰ, ਮੂੰਹ ਸੜੀ ਜਾਂ ਗਲਵੱਡੀ ਬਿਲਕੁਲ ਖਤਮ ਹੋ ਜਾਏਗੀ। ਠੀਕ ਹੋ ਗਿਆ। ਜੇ ਗਲਵੱਡੀ ਮੂੰਹ ਸੜੀ ਠੀਕ ਹੋ ਜਾਏਗੀ, ਜੇ ਗਲਵੱਡੀ ਨਾ ਵੀ ਠੀਕ ਹੋਵੇ ਤੇ ਫਿਰ ਜਨਾਬ ਦੇਸੀ ਜੁੱਤੀ ਦਾ ਚੰਬੜਾ ਲੈ ਕੇ ਉਹਨੂੰ ਸਾੜਨਾ, ਸਾੜ ਕੇ ਉਹਦੀ ਸਾਹ ਪਾਣੀ ਹੈ ਪਿਆਲੀ 'ਚ, ਵਿੱਚ ਪਾਣੀ ਹੈ ਸਰੋਂ ਦਾ ਤੇਲ ਪਾਣਾ, ਉਹਨੂੰ ਤੀਲੇ ਨਾਲ ਇੱਕ ਜਾਨ ਕਰਨਾ, ਇੱਕ ਜਾਨ ਕਰਕੇ ਤੇ ਉਹਨੂੰ ਉਹ ਜ਼ਖਮ ਜਿਹੜਾ ਵੇ ਗਲਵੱਡੀ ਵਾਲਾ ਉਹਨੂੰ ਸਾਬਣ ਨਾਲ ਧੋਣਾ, ਧੋ ਕੇ ਤੇ ਉਹ ਫਿਰ ਤੀਲੇ ਨਾਲ ਉਸ ਜ਼ਖਮ ਦੇ ਉੱਤੇ ਉਹ ਮਲਮ ਲਾ ਦਿਓ। ਅੱਠੇ ਪੈਰੀ ਰੋਜ਼ ਧੋਵੋ ਤੇ ਰੋਜ਼ ਲਾਵੋ, ਰੋਜ਼ ਧੋਵੋ ਤੇ ਉਹ ਰੋਜ਼ ਲਾਵੋ। ਚੌਥੇ ਦਿਨ ਨੂੰ ਪੰਜਵੇਂ ਦਿਨ ਨੂੰ ਗਲਵੱਡੀ ਬਿਲਕੁਲ ਠੀਕ ਹੋ। ਗਲਵੱਡੀ ਦਾ ਮਸਲਾ ਤੇ ਹੱਲ ਹੋ ਗਿਆ, ਤੇ ਮੂੰਹ ਸੜੀ ਦਾ ਵੀ ਆਹੀ ਹੈ? ਇਹ ਮੂੰਹ ਸਾੜੀ ਦਾ ਥੋਮ ਹੈ, ਥੋਮ ਵਾਲਾ ਹੋ ਗਿਆ। ਤੇ ਜਿਹੜਾ ਉਹ ਫੁਹਾਰਾ ਬਣ ਜਾਂਦਾ ਹੈ ਜਾਂ ਅੱਗੇ ਵਿੱਚ ਉਹ ਨਾੜ ਜੀ ਆਈ ਜਾਂਦੀ ਹੈ, ਉਹਦਾ ਕਰੀਏ? ਉਹ ਜਿਹੜਾ ਫੁਹਾਰਾ ਬਣ ਜਾਏ ਤੇ ਜਾਂ ਮੂੰਹ ਸੜੀ ਉਸ ਤੋਂ ਬਾਅਦ ਬਣ ਗਿਆ ਨਾ ਜੀ, ਤੇ ਫਿਰ ਬਾਬੇ ਨੂੰ ਲੈ ਚੱਲਿਓ, ਫਿਰ ਕੱਢ ਆਵੇ ਦਾ ਫੁਹਾਰਾ, ਕੱਢ ਆਵੇ ਦਾ ਬਾਬਾ ਫੁਹਾਰਾ, ਹਾਂ ਕੱਢ ਆਵੇ ਦਾ। ਤੇ ਜਿਹੜੇ ਤੁਹਾਡੇ ਕੋਲ ਬੜੀ ਦੂਰ ਬੈਠੇ ਨੇ ਉਹ ਕੀ ਕਰਨ? ਮਤਲਬ ਕਿ ਉਹ ਫਿਰ ਪਰੇਸ਼ਾਨ ਕਰਨਾ ਪੈਣਾ ਨਾ, ਆਪਰੇਸ਼ਨ ਕਰਨਾ ਪੈਣਾ, ਠੀਕ ਹੈ। ਤੇ ਜਿਹੜਾ ਬਾਜ਼ ਔਕਾਤ ਜਿਹੜੀ ਹੈ ਨਾ ਉਹ ਹੋ ਜਾਂਦੀ ਹੈ ਧਾਰ ਬਰੀਕ ਹੋ ਜਾਂਦੀ ਹੈ ਥਣ ਦੀ, ਹਾਂਜੀ, ਉਹਦਾ ਕੀ ਇਲਾਜ ਕਰੀਏ? ਉਹ ਮੂੰਹ ਸੜੀ ਦਾ ਕੰਮ। ਅੱਛਾ, ਹਾਂ, ਉਹ ਮੂੰਹ ਸੜੀ ਦਾ ਕੰਮ। ਤੇ ਨਾੜ ਦਾ ਵੀ ਇਲਾਜ ਹੈ ਜੇ ਕਿ ਨਹੀਂ? ਨਾੜ ਦਾ ਇਲਾਜ ਕਿਸੇ ਦੁਨੀਆ ਦਾ ਸਾਡੇ ਕੋਲ ਨਹੀਂ ਹੋਇਆ ਤੇ ਡਾਕਟਰਾਂ ਕੋਲ ਵੀ ਨਹੀਂ ਹੋਇਆ। ਅੱਛਾ, ਨਾੜ ਦਾ ਕੋਈ ਇਲਾਜ ਜਿਹਨੇ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਵੇਖਿਆ ਜਾਂ ਥਣ ਬੰਦ ਹੋ ਗਿਆ? ਬੰਦ ਹੀ ਹੁੰਦਾ। ਡਿਟੇਲ ਆਪਣਾ ਲਾ ਬੈਠੇ ਆ ਅਸਾਂ, ਗਲਗਣਾ ਮਈਆਂ ਨੂੰ ਦਿੱਤੀਆਂ ਨੇ ਤੇ ਉਹਦੇ ਨਾਲ ਕੋਈ ਮੈਨੂੰ ਫਰਕ ਨਹੀਂ ਪਿਆ। ਅੱਛਾ ਜਨਾਬ, ਜਿਹੜੀ ਲੰਮੀ ਸੂਈ ਜਿਹਦੇ ਨਾਲ ਬੀਬੀਆਂ ਲੇਫ ਨਗੰਦਦੀਆਂ ਨੇ, ਉਹ ਐਡੀ ਲੰਮੀ ਸੂਈ ਹੁੰਦੀ ਹੈ, ਉਹਨੂੰ ਕੰਦੂਵਾ ਹੁੰਦੇ ਨੇ, ਉਹ ਅਸਾਂ ਮੈਂ ਗਲਗਣ ਦੇ ਵਿੱਚ ਦੇ ਕੇ ਤੇ ਉਹਨੂੰ ਰਾਤ ਨੂੰ ਤਰੇਲ ਵਿੱਚ ਧਰ ਛੜਿਆ ਤੇ ਫਿਰ ਦੂਜੀ ਰਾਤ ਵੀ ਤਰੇਲ ਵਿੱਚ ਪਈ ਰਹੀ ਹੈ। ਉਹ ਸੂਈ ਗਲ ਗਈ ਹੈ, ਨਾੜ ਨਹੀਂ ਗਲੀ। ਓਏ ਹੋਏ ਹੋਏ, ਅਸੀਂ ਉਦੋਂ ਦੀਆਂ ਸਾਡੀਆਂ ਬਾਹਾਂ ਖੜੀਆਂ ਹੋ ਗਈਆਂ ਨੇ ਕਿ ਅਸੀਂ ਇਸ ਗੱਡੀ ਤੇ ਜੇ ਟੈਮੋ ਟਾਈਮ ਫੜ ਲਈਏ ਨਾੜ ਤੇ ਫਿਰ? ਟੈਮੋ ਟੈਮ ਇਹ ਕੁੜੀ ਆਵੀ ਜੇ ਤੇ ਥੱਲੇ ਟੁਰ ਪਵੇ ਸੁੰਬ ਬੰਦ ਪਹਿਲੋਂ ਕਰੇ ਦੀ, ਜੇ ਛੱਤੋਂ ਟੁਰੇ ਤੇ ਫਿਰ ਆਸਤੇ ਆਸਤੇ ਸੁੰਬ ਵੀ ਫੇਰ ਬੰਦ ਹੁੰਦੀ ਕਿਉਂ ਜੇ? ਇਹ ਹੁੰਦੀ, ਇਹ ਖੁਦਾ ਹੀ ਜਾਣਦਾ ਜੀ, ਇਹ ਸਮਝ ਨਹੀਂ ਭਾਜੀ। ਜਦੋਂ ਤੁਸੀਂ ਦੁਕਾਨਦਾਰ ਕੋਲੋਂ ਗੋਸ਼ਤ ਲਿਆਵੋ ਮੋਟਾ ਗੋਸ਼ਤ ਲਿਆਵੋ ਤੇ ਉਹਦੇ ਵਿੱਚ ਆਪਣੀ ਟਰਾਈ ਕਰਨ ਵਾਸਤੇ ਉਹਨੂੰ ਆਖਿਓ ਕਿ ਇਹ ਇੰਨਾ ਕੁ ਪੱਠਾ ਵਿੱਚ ਹੀ ਰਹਿਣ ਦੇ ਬੋਟੀ ਦੇ ਨਾਲ ਹੀ, ਉਹ ਤੁਸੀਂ ਸਾਰਾ ਗੋਸ਼ਤ ਪਕਾ ਲਵੋ, ਪੱਠਾ ਨਹੀਂ ਲਗਾ ਗਲ। ਬਿਲਕੁਲ ਸਹੀ ਆਂਦੇ। ਇਹੀ ਮਿਸਾਲ ਹੈ ਨਾੜ ਦੀ, ਨਾੜ ਵੀ ਨਿਕਲ ਠੀਕ ਹੋ ਗਿਆ। ਸੂਈ ਵੇਖੋ ਲੋਹਾ ਗਲ ਗਿਆ ਗਲਗਣ ਚ, ਨਾੜ ਨਿਕਲੀ, ਠੀਕ ਹੋ ਗਿਆ, ਠੀਕ ਹੋ ਗਿਆ। ਮੈਂ ਤੇ ਉਸ ਬੰਦੇ ਨੂੰ ਇੰਜ ਕਰਕੇ ਸਲਾਮਾ ਕਰਾਂਦਾ ਨਾ ਜਿਹੜਾ ਮੈਨੂੰ ਆਖੇ ਮੈਂ ਨਾੜ ਦਾ ਇਲਾਜ ਕਰ ਦੇ। ਅੱਛਾ, ਇੱਕ ਬੰਦੇ ਵੈਸੇ ਸਾਡੇ ਨਾਲ ਦਾਵਾ ਕੀਤਾ, ਹਜੇ ਸਾਹੀਵਾਲ ਤੋਂ ਇੱਕ ਬੰਦੇ ਨੇ ਫੋਨ ਕੀਤਾ ਜੀ, ਉਹਨੇ ਕਿਹਾ ਜੀ ਅਸੀਂ ਨਾੜ ਦਾ ਵੀ ਇਲਾਜ ਕਰ ਲਾਂਗੇ। ਮੈਂ ਉਹਨੂੰ ਕਿਹਾ ਵੀਡੀਓ ਬਣਾ ਕੇ ਭੇਜ, ਤੇਰੀ ਵੀਡੀਓ ਵੀ ਮੈਂ ਚਾੜਾਂਗਾ ਚੈਨਲ ਤੇ, ਨਾਲੇ ਲੋਕਾਂ ਨੂੰ ਦੱਸਾਂਗਾ ਵੀ ਨਾੜ ਦਾ ਵੀ ਇਲਾਜ ਹੋ ਸਕਦਾ। ਮੈਂ ਨਾ ਜੀ ਉਹ ਬੰਦਾ ਨਾੜ ਇਲਾਜ ਤੇ ਅਸੀਂ ਜਨਾਬ ਜਿੰਨਾ ਨਾਮ ਆਖੇ ਅਸੀਂ ਉਹ ਵੀ ਦੇਣ ਨੂੰ ਤਿਆਰ ਹਾਂ। ਵਾਹ ਬਈ, ਤੇ ਅਸੀਂ ਉਹਦੇ ਸ਼ਾਗਿਰਦ ਓਏ ਜ਼ਿੰਦਾਬਾਦ। ਅੱਛਾ ਬਾਬੇ ਉਹ ਦੱਸੋ ਕਿ ਥਣ ਜਿਹੜਾ ਬਾਜ਼ ਔਕਾਤ ਘਟ ਜਾਂਦਾ ਬਰਾਬਰ ਨਹੀਂ ਹੁੰਦਾ, ਉਹਦਾ ਕੀ ਫਿਰ ਕਰੀਏ ਥਣ ਬਰਾਬਰ ਕਰਨ ਲਈ? ਜਿਹੜਾ ਘਟ ਜਾਂਦਾ ਨਾ ਜੀ, ਉਹਨੂੰ ਜਨਾਬ 2 ਦਿਨ 3 ਦਿਨ ਤੁਸੀਂ ਦਹੀਂ ਤੇ ਤੇਲ ਦਵੋ। ਅੱਛਾ, ਜੇ ਫਰਜ਼ ਕੀਤਾ ਪੋਹ ਦਾ ਮੌਸਮ ਹੈ, ਪੋਹ ਦਾ, ਤੇ ਤੇਲ ਲਿਆਵੋ ਕਿਲੋ ਜੀ, ਉਹਦੇ ਵਿੱਚ ਇੰਨਾ ਕਾਟਾ ਗੁੱਜਾ ਲੈ ਲਵੋ ਤੇ ਉਹਦੀ ਆ ਤਲੀ ਜਿਹੀ ਟਿੱਕੀ ਚੌੜੀ ਕਰਕੇ ਨਾ, ਰੋਟੀ ਹਾਰ ਚੌੜਾ ਕਰਕੇ ਜੀ, ਉਹ ਤੇਲ ਦੇ ਵਿੱਚ ਧਰ ਦਿਓ। ਤੇਲ ਦੇ ਵਿੱਚ ਧਰ ਦਵੋ ਤੇ ਉਹਨੂੰ ਫਿਰ ਮੱਠੀ ਮੱਠੀ ਥੱਲੇ ਅੱਗ ਬਾਲੋ। ਉਹ ਟਿੱਕੀ ਜਿਹੜੀ ਹੈ ਪਕੌੜੀਆਂ ਹਾਰ ਪੂਰੀ ਪੱਕ ਜਾਏ ਤੇ ਫਿਰ ਤੁਸੀਂ ਤੇਲ ਥੱਲੇ ਲਾ ਲਓ, ਤੇਲ ਪੱਕ ਗਿਆ ਤੁਹਾਡਾ, ਠੀਕ ਹੋ ਗਿਆ। ਉਹ ਠੰਡਾ ਕਰਕੇ ਬੋਤਲ 'ਚ ਪਾ ਲਵੋ, ਉਹਦੇ ਵਿੱਚੋਂ ਇੱਕ ਪਾ ਤੇਲ, ਕਿਲੋ ਦਹੀਂ, ਠੀਕ ਹੈ, ਉਹ ਕੱਢ ਕੇ ਤੇ ਉਹ ਤੁਸੀਂ ਜਨਾਬ ਲਾ ਕੇ ਨਾ ਰਲਾ ਕੇ ਤੇ ਉਹ ਮੈਨੂੰ ਦੇ ਖੜੋ। ਅੱਲਾ ਦੇ ਹੁਕਮ ਨਾਲ ਸਦਕਾ 11ਵੀਂ ਵਾਲੇ ਦਾ ਜਨਾਬ ਤੀਜੇ ਟਾਈਮ ਨੂੰ ਥਣ ਪੂਰਾ ਹੋ ਜਾਏ। ਤੇ ਇੱਕ ਵਾਰੀ ਦੇਣਾ ਬਸ?
ਨਹੀਂ ਰੋਜ਼ ਦੇਣਾ 3 ਦਿਨ 3 ਦਿਨ ਦੇਣਾ। ਠੀਕ ਤੇ ਜਿਹੜੇ ਟਾਈਮ ਮਰਜ਼ੀ ਦੇ ਲਓ, ਸਵੇਰੇ ਦੇ ਲਓ ਭਾਵੇਂ ਸ਼ਾਮ ਨੂੰ। ਆ ਦੇ ਲਓ। ਅੱਛਾ, ਇੱਕ ਹੁੰਦਾ ਹੈ ਕਿ ਬਾਜ਼ਕਾਤ ਡੰਗਰ ਨਵਾਂ ਹੁੰਦਾ ਹੈ, ਪਹਿਲਣ ਝੋਟੀ ਹੈ ਜੀ, ਉਹਦਾ ਥਣ ਨਹੀਂ ਬਣਦਾ ਪਿਆ, ਯਾਨੀ ਕਿ ਥਣ ਚੱਡਾ ਬਹਾਨਾ ਨਹੀਂ ਤਿਆਰ ਹੁੰਦਾ ਪਿਆ, ਉਹਨੂੰ ਕਿਹੜੀ ਸ਼ਾਇਦ ਦਈਏ ਜਿਹੜਾ ਉਹਦਾ ਥਣ ਬਣਨਾ ਤੇ ਬਣੇ? ਉਹਨੂੰ ਜਨਾਬ ਤੁਸੀਂ 20 ਸਿਰ ਕਣਕ ਦਲਾ ਲਓ। ਅੱਛਾ, ਜੇ 2 ਦਿਨ ਪਾਓ ਘੂਣੀਆਂ, ਘੂਣੀਆਂ ਪਾ ਕੇ ਤੇ ਜੇ ਤੇ ਉਹ ਸਾਬਤ ਕੱਢੇ ਘੂਣੀਆਂ ਤੇ ਫਿਰ ਕਣਕ ਦਲਾ ਕੇ ਲੈ ਬੋ। ਠੀਕ ਹੋ ਗਿਆ। ਦਲਾ ਕੇ ਲੈ ਬੋ ਤੇ ਉਹ ਜਨਾਬ ਕਿਲੋ 1.5 ਕਣਕ ਪਾ ਲਓ, ਵਿੱਚ 4-5 ਕਿਲੋ ਪਾਣੀ ਪਾ ਲਓ। ਉਹਨੂੰ ਆਪੀ ਬਹਿ ਕੇ ਅੱਗ ਮੱਠੀ ਬਾਲ ਕੇ ਉਹਨੂੰ ਪਾਣੀ ਤੇ ਕਣਕ ਇੱਕ ਜਾਨ ਕਰ ਲਓ। ਉਹ ਇੰਨੀ ਕੁ ਗਲ ਜਾ ਕੇ ਵਿੱਚ ਦਾਣੇ ਕਣਕ ਦੇ ਲੱਭਣ ਨਾ। ਠੀਕ ਹੈ। ਉਹਦੇ ਵਿੱਚ ਇੱਕ ਪਾ ਡਾਲਡਾ ਘਿਓ ਪਾ ਲਓ। ਠੀਕ ਹੈ। ਉਹਦੇ ਵਿੱਚ ਇੱਕ ਪਾ ਗੁੜ ਦਾ ਪਾ ਲਓ। ਗੁੜ ਦਾ ਪਾ ਲਓ, ਉਹਨੂੰ ਪਕਾ ਕੇ ਫਿਰ ਉਹਨੂੰ ਜਦੋਂ ਤੁਸੀਂ ਲਾਣਾ ਨਾ ਥੱਲੇ ਤੇ ਦਾਬੜੇ 'ਚ ਪਾ ਕੇ ਪਰਾਂ ਠੰਡੇ ਥਾਂ ਕਿਤੇ ਧਰ ਛੜੋ, ਉਹ ਠੰਡਾ ਹੋ ਜਾਏ। ਠੰਡਾ ਹੋ ਜਾਏ ਉਹ ਤੁਸੀਂ ਜਨਾਬ ਮਾਈ ਦੇ ਅੱਗੇ ਧਰ ਦਿਓ। ਮਾਈ ਦੇ ਅੱਗੇ ਧਰ ਦਿਓ, ਮਾਈ ਖਾ ਜਾਣਾ ਵੰਡਾ। ਠੀਕ ਹੈ। ਉਹ ਤੁਸੀਂ ਜਦੋਂ 10-12-15 ਦਿਨ ਦੇਣਾ ਨਾ ਤੇ ਅੱਲਾ ਦੇ ਫਜ਼ਲ ਨਾਲ ਅਸਾਂ ਤਾਂ ਜਮਾ ਕੇ ਵੇਖਿਆ ਜੇ ਮੈਂ ਧੁੰਨੀ ਤੋਂ ਲੈ ਕੇ ਮੂਤਰੇ ਤੁਹਾਡੀ ਚੱਡਾ ਹੀ ਲੈ ਕੇ ਖਲੋਵੇ ਦੀ। ਵਾਹ ਬਈ ਵਾਹ, ਕੀ ਬਾਤ। ਕਣਕ ਦਾ ਵੰਡਾ ਸਭ ਵੰਡਿਆ ਤੋਂ ਜ਼ਬਰਦਸਤ ਨੰਬਰ 1 ਵੰਡਾ। ਆਹ ਠੀਕ ਹੋ ਗਿਆ। ਸਾਰਿਆਂ ਤੋਂ